ਅੱਗੇ ਪੜ੍ਹਦੇ ਹਾਂ ਜੀ। ਇਲਾਹਾਬਾਦ ਕਾਨਫਰੰਸ। ਇਲਾਹਾਬਾਦ ਵਿੱਚ ਕਾਨਫਰੰਸ ਹੋਈ ਸੀ, ਇਕੱਠ ਹੋਇਆ ਸੀ। ਹਿਊਨ ਸਾਂਗ ਨੇ ਆਪਣੇ ਬਿਰਤਾਂਤ ਵਿੱਚ ਜੋ ਉਹਨਾਂ ਆਪਣਾ ਗੱਲਾਂ ਦੱਸੀਆਂ ਵੀ ਕੀ ਸੀ ਹਰਸ਼ਵਰਧਨ ਦੇ ਰਾਜ ਦੌਰਾਨ, ਉਸ ਵਿੱਚ ਇਲਾਹਾਬਾਦ ਵਿਖੇ ਹੋਈ ਕਾਨਫਰੰਸ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਪ੍ਰਯਾਗ ਕਿਹਾ ਜਾਂਦਾ ਹੈ। ਹੁਣ ਤਾਂ ਜੀ ਨਾਮ ਬਦਲਤਾ ਆਫੀਸ਼ੀਅਲੀ, ਹੁਣ ਤਾਂ ਪ੍ਰਯਾਗਰਾਜ ਕਹਿੰਦੇ ਆ। ਇਹ ਉਹਨਾਂ ਕਾਨਫਰੰਸਾਂ ਵਿੱਚੋਂ ਇੱਕ ਸੀ ਜੋ ਹਰਸ਼ ਦੁਆਰਾ 5 ਸਾਲਾਂ ਵਿੱਚ ਨਿਯਮਿਤ ਤੌਰ ਤੇ ਬੁਲਾਈ ਜਾਂਦੀ ਸੀ। ਅਸੀਂ ਪੜ੍ਹਿਆ ਕਿ 5-5 ਸਾਲ ਬਾਅਦ ਹਰਸ਼ ਕਾਨਫਰੰਸ ਬੁਲਾਉਂਦਾ ਸੀ। ਅਲੱਗ-ਅਲੱਗ ਧਾਰਮਿਕ ਦੇ ਲੀਡਰ ਜਿਹੜੇ ਹੁੰਦੇ ਸੀ, ਧਰਮਾਂ ਦੇ ਲੀਡਰ ਨੁਮਾਇੰਦੇ ਇਕੱਠੇ ਹੁੰਦੇ ਸੀ, ਵਿਚਾਰ ਚਰਚਾ ਕਰਦੇ ਸੀ। ਪਿਛਲੇ ਲੈਕਚਰ 'ਚ ਅਸੀਂ ਕਨੌਜ ਕਾਨਫਰੰਸ ਪੜ੍ਹੀ ਸੀ। ਹੁਣ ਗੱਲ ਕਰਦੇ ਹਾਂ ਜੀ ਇਲਾਹਾਬਾਦ ਕਾਨਫਰੰਸ ਦੀ। ਇਸ ਕਾਨਫਰੰਸ ਵਿੱਚ ਨਾ ਆਪਣੇ ਰਾਜੇ ਹਰਸ਼ ਨੇ ਕਾਫੀ ਦਾਨ ਪੁੰਨ ਕੀਤਾ ਸੀਗਾ। ਉਸ ਬਾਰੇ ਜਿਹੜਾ ਹੈ ਹਿਊਨ ਸਾਂਗ ਉਹ ਲਿਖਦਾ ਹੈ ਜੀ। ਹਰਸ਼ ਨੇ ਆਪਣੀ ਵੱਡੀ ਦੌਲਤ ਸਾਰੇ ਧਾਰਮਿਕ ਸੰਪਰਦਾਵਾਂ ਦੇ ਮੈਂਬਰਾਂ ਨੂੰ ਤੋਹਫੇ ਵਜੋਂ ਦੇ ਦਿੱਤੀ। ਕਾਫੀ ਜ਼ਿਆਦਾ ਦੌਲਤ ਇਹਨਾਂ ਧਰਮ ਦੇ ਨੁਮਾਇੰਦਿਆਂ ਨੂੰ ਦੇ ਦਿੱਤੀ। ਹਿਊਨ ਸਾਂਗ ਦੇ ਅਨੁਸਾਰ ਹਰਸ਼ ਇੰਨਾ ਖੁੱਲ੍ਹ ਦਿਲਾ ਸੀ ਕਿ ਉਸਨੇ ਖਜ਼ਾਨਾ ਹੀ ਖਾਲੀ ਕਰ ਦਿੱਤਾ। ਖਜ਼ਾਨਾ ਖਾਲੀ ਕਰਤਾ, ਇੰਨਾ ਪੈਸਾ ਦੇ ਦਿੱਤਾ, ਅਤੇ ਆਪਣੇ ਪਹਿਨੇ ਹੋਏ ਕੱਪੜੇ ਅਤੇ ਗਹਿਣੇ ਤੱਕ ਵੀ ਦੇ ਦਿੱਤੇ। ਜੋ ਉਸਦੇ ਕੋਲ ਸੀ ਗਹਿਣੇ ਕੱਪੜੇ ਉਹ ਵੀ ਦੇ ਦਿੱਤੇ। ਪਰ ਜੇ ਕੋਈ ਕਾਮਨ ਇਨਸਾਨ ਇਹ ਗੱਲ ਪੜ੍ਹੇਗਾ ਤਾਂ ਉਹਨੂੰ ਲੱਗੇਗਾ ਨਹੀਂ ਯਾਰ, ਕੁਝ ਜ਼ਿਆਦਾ ਹੀ ਕਹਿ ਤਾ। ਹਿਊਨ ਸਾਂਗ ਨੇ ਗੱਲਾਂ ਕਰਦੇ ਕਰਦੇ ਗੱਲਾਂ ਅਤਕਥਨੀ ਵਾਲੀਆਂ ਕਰਤੀਆਂ। ਉਸਦਾ ਬਿਆਨ ਅਤਕਥਨੀ ਵਾਲੀ ਪ੍ਰਸ਼ੰਸਾ ਕਰਨ ਵਾਲਾ ਹੋ ਸਕਦਾ ਹੈ, ਕਿਉਂਕਿ ਇਹ ਗੱਲਾਂ ਤੇ ਵਿਸ਼ਵਾਸ ਕਰਨਾ ਔਖਾ ਕਿ ਉਹਨੇ ਆਪਣੇ ਕੱਪੜੇ ਹੀ ਲਾ ਦਿੱਤੇ। ਹਰਸ਼ ਦਾ ਪ੍ਰਸ਼ਾਸਨ, ਐਡਮਿਨਿਸਟ੍ਰੇਸ਼ਨ ਦੇਖ ਲੈਂਦੇ ਹਾਂ ਜੀ। ਹਰਸ਼ ਦਾ ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਦਾ ਸੀ? ਉਹ ਕਾਫੀ ਕੁਸ਼ਲ ਐਡਮਿਨਿਸਟ੍ਰੇਟਰ ਸੀ। ਹਰਸ਼ ਦਾ ਪ੍ਰਸ਼ਾਸਨ ਉਸੇ ਤਰਜ਼ ਤੇ ਸੰਗਠਿਤ ਕੀਤਾ ਗਿਆ ਸੀ ਜਿਵੇਂ ਗੁਪਤਾ ਦੇ ਸਾਮਰਾਜ ਦੌਰਾਨ ਸੀ। ਜਿਸ ਤਰ੍ਹਾਂ ਦਾ ਗੁਪਤਾ ਦਾ ਪ੍ਰਸ਼ਾਸਨ ਸੀ, ਉਸ ਹਿਸਾਬ ਨਾਲ ਹਰਸ਼ ਦਾ ਸੀ। ਉਸ ਹਿਸਾਬ ਨਾਲ ਹੀ ਮੰਤਰੀ ਵਗੈਰਾ, ਕੌਂਸਲ ਵਗੈਰਾ ਇਹਨਾਂ ਦੀ ਹੁੰਦੀ ਸੀ। ਹਿਊਨ ਸਾਂਗ ਇਸ ਬਾਰੇ ਵਿਸਤ੍ਰਿਤ ਤਸਵੀਰ ਪੇਸ਼ ਕਰਦਾ ਹੈ। ਰਾਜਾ ਆਪਣੇ ਪ੍ਰਸ਼ਾਸਨ ਵਿੱਚ ਬਹੁਤ ਨਿਪੁੰਨ ਸੀ। ਹਰਸ਼ਵਰਧਨ ਕਾਫੀ ਨਿਪੁੰਨ ਸੀ ਅਤੇ ਆਪਣਾ ਫਰਜ਼ ਨਿਭਾਉਣ ਵਿੱਚ ਸਮੇਂ ਦਾ ਕਾਫੀ ਪਾਬੰਦ ਸੀ, ਟਾਈਮ ਦਾ ਕਾਫੀ ਪੰਕਚੁਅਲ ਸੀ। ਉਹ ਸਵੇਰ ਤੋਂ ਹੀ ਆਪਣੇ ਐਡਮਿਨਿਸਟ੍ਰੇਸ਼ਨ ਵਿੱਚ ਲੱਗ ਜਾਂਦਾ ਸੀ ਤੇ ਸਾਰਾ ਦਿਨ ਬਿਜੀ ਰਹਿੰਦਾ ਸੀਗਾ, ਕੰਮ 'ਚ ਲੱਗਾ ਹੀ ਰਹਿੰਦਾ ਸੀ ਹਰਸ਼ਵਰਧਨ। ਉਹ ਆਪਣੇ ਪੂਰੇ ਰਾਜ ਵਿੱਚ ਨਿਰੀਖਣ ਜਾਂ ਜਾਂਚ ਪੜਤਾਲ ਕਰਨ ਲਈ ਦੌਰੇ ਕਰਦਾ ਸੀ ਵੀ ਕਿ ਸਾਰੇ ਕੰਮ ਸਹੀ ਢੰਗ ਨਾਲ ਹੋ ਰਹੇ ਆ। ਇੰਸਪੈਕਸ਼ਨ ਵਗੈਰਾ ਖੁਦ ਆਪ ਕਰਦਾ ਸੀ ਉਹ। ਇਹ ਬਹੁਤ ਜ਼ਰੂਰੀ ਹੁੰਦਾ ਆ ਰਾਜੇ ਲਈ ਜਾਂ ਤੁਹਾਡੇ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਲਈ। ਜ਼ਰੂਰੀ ਹੁੰਦਾ ਕਿ ਉਹ ਜਾਂਚ ਪੜਤਾਲ ਕਰਦੇ ਰਹਿਣ, ਤੇ ਹਰਸ਼ ਇਹ ਕੰਮ ਬਹੁਤ ਕਰਦਾ ਸੀ, ਲੱਗਾ ਰਹਿੰਦਾ ਸੀ। ਟੈਕਸ ਵੀ ਘੱਟ ਸੀ ਅਤੇ ਜਬਰੀ ਮਜ਼ਦੂਰੀ ਵੀ ਬਹੁਤ ਘੱਟ ਸੀ। ਇਹ ਵੀ ਇੰਪੋਰਟੈਂਟ ਪੁਆਇੰਟ ਆ ਕਿ ਟੈਕਸ ਇੰਨਾ ਜ਼ਿਆਦਾ ਨਹੀਂ ਸੀ। ਹਰਸ਼ਵਰਧਨ ਦੇ ਕਾਲ ਵਿੱਚ ਟੈਕਸ ਬਹੁਤਾ ਜ਼ਿਆਦਾ ਨਹੀਂ ਸੀ ਤੇ ਫੋਰਸਡ ਲੇਬਰ ਵੀ ਬਹੁਤ ਘੱਟ ਸੀ। ਬਧੂਆ ਮਜ਼ਦੂਰੀ ਵਗੈਰਾ ਘੱਟ ਸੀ। ਤੁਸੀਂ ਜ਼ਬਰਦਸਤੀ ਦੂਸਰੇ ਕੋਲੋਂ ਮਜ਼ਦੂਰੀ ਨਹੀਂ ਕਰਵਾ ਸਕਦੇ ਸੀ। ਇਹ ਹੁਣ ਸਾਡੇ ਸੰਵਿਧਾਨ ਵਿੱਚ ਵੀ ਮਨਾਹੀ ਹੈ ਇਸ ਗੱਲ ਦੀ। ਉਪਜ ਦਾ 6ਵਾਂ ਹਿੱਸਾ ਜ਼ਮੀਨ ਟੈਕਸ ਵਜੋਂ ਇਕੱਠਾ ਕੀਤਾ ਜਾਂਦਾ ਸੀ। 1/6 ਲੈਂਡ ਰੈਵਨਿਊ ਕਿੰਨਾ ਸੀ? 1/6। ਜ਼ਮੀਨ ਤੋਂ ਜਿੰਨਾ ਆਇਆ ਧਨ ਦੌਲਤ ਕਿਸੇ ਨੇ, ਐਗਰੀਕਲਚਰ ਟੈਕਸ ਉੱਤੇ ਲੱਗਦਾ ਸੀ 1/6, 1/6, 6ਵਾਂ ਹਿੱਸਾ। ਮੌਰਿਆ ਕਾਲ ਦੀਆਂ ਜ਼ਾਲਮ ਸਜ਼ਾਵਾਂ ਹਰਸ਼ ਦੇ ਸਮੇਂ ਵੀ ਜਾਰੀ ਰਹੀਆਂ। ਆਹ ਇੰਪੋਰਟੈਂਟ ਪੁਆਇੰਟ ਹੋ ਗਿਆ ਜੀ। ਹੁਣ ਸਾਨੂੰ ਦੇਖਣ ਨੂੰ ਲੱਗੇਗਾ ਕਿ ਹਰਸ਼ਵਰਧਨ ਬੁੱਧਿਸਟ ਸੀ, ਉਹ ਕੀ ਆ, ਬੋਧੀ ਆ। ਇਹ ਗੱਲ ਦੇਖ ਕੇ ਸਾਨੂੰ ਲੱਗੇਗਾ ਕਿ ਸ਼ਾਇਦ ਨਾ ਉਹ ਅਹਿੰਸਾਵਾਦੀ ਹੋਵੇਗਾ, ਪਰ ਆਪਣੇ ਐਡਮਿਨਿਸਟ੍ਰੇਸ਼ਨ ਵਿੱਚ ਜਿਹੜੀਆਂ ਉਹਦੀਆਂ ਸਜ਼ਾਵਾਂ ਸੀ ਉਹ ਕਾਫੀ ਸਖਤ ਸੀ, ਜ਼ਾਲਮ ਸੀ। ਹੱਥ ਪੈਰ ਕੱਟਣੇ, ਫਾਂਸੀ ਦੇਣੀ, ਇਹ ਸਜ਼ਾਵਾਂ ਸੀਗੀਆਂ ਉਹਦੇ ਰਾਜ ਵਿੱਚ, ਪਰ ਇਹ ਸਜ਼ਾਵਾਂ ਗੁਪਤ ਕਾਲ ਵਿੱਚ ਨਹੀਂ ਸੀ। ਹਿਊਨ ਸਾਂਗ ਨੇ ਸਜ਼ਾ ਦੇਣ ਦੀ ਪ੍ਰਕਿਰਿਆ ਨੂੰ ਵੈਸ਼ੀ ਅਤੇ ਅੰਧ ਵਿਸ਼ਵਾਸੀ ਕਰਾਰ ਦਿੱਤਾ। ਹਿਊਨ ਸਾਂਗ ਲਿਖਦਾ ਕਿ ਇਹ ਬਹੁਤ ਵੈਸ਼ੀਪਣਾ ਸੀ, ਅੰਗ ਪੈਰ ਕੱਟ ਦੇਣੇ, ਬਹੁਤ ਹੀ ਬੇਰਹਿਮੀਆਂ ਵਾਲੀਆਂ ਸਜ਼ਾਵਾਂ ਦੇਣੀਆਂ। ਹਰਸ਼ ਦੀ ਫੌਜ ਵਿੱਚ ਪਰੰਪਰਾਗਤ 4 ਭਾਗ ਸਨ: ਪੈਦਲ ਸੈਨਿਕ, ਘੋੜਸਵਾਰ, ਘੋੜਸੈਨਾ, ਰੱਥ ਵਾਲੇ ਅਤੇ ਹਾਥੀ। ਘੋੜਸਵਾਰਾਂ ਦੀ ਗਿਣਤੀ 1 ਲੱਖ ਤੋਂ ਵੱਧ ਅਤੇ ਹਾਥੀਆਂ ਦੀ ਗਿਣਤੀ 60,000 ਤੋਂ ਵੱਧ ਸੀ। ਕਾਫੀ ਫੌਜ ਸੀ। ਇਹ ਮੌਰਿਆ ਸੈਨਾ ਨਾਲੋਂ ਕਿਤੇ ਵੱਧ ਸੀ, ਮੌਰਿਆ ਸੈਨਾ ਨਾਲੋਂ ਕਿਤੇ ਜ਼ਿਆਦਾ ਸੀ। ਜਨਤਕ ਰਿਕਾਰਡਾਂ ਦੀ ਸਾਂਭ ਸੰਭਾਲ
ਹਰਸ਼ ਦੇ ਪ੍ਰਸ਼ਾਸਨ ਦੀ ਮੁੱਖ ਵਿਸ਼ੇਸ਼ਤਾ ਸੀ। ਆਹ ਇੰਪੋਰਟੈਂਟ ਪੁਆਇੰਟ ਹੋ ਗਿਆ। ਉਹਨਾਂ ਰਿਕਾਰਡ ਬਹੁਤ ਮੇਨਟੇਨ ਕਰਦੇ ਸੀ। ਜੋ ਕੁਝ ਪ੍ਰਸ਼ਾਸਨ ਵਿੱਚ ਹੋ ਰਿਹਾ ਆ ਉਹਦਾ ਪ੍ਰੋਪਰ ਰਿਕਾਰਡ ਮੇਨਟੇਨ ਕਰਨਾ ਇਹ ਹਰਸ਼ ਦੇ ਪ੍ਰਸ਼ਾਸਨ ਦੀ ਪ੍ਰਮੁੱਖ ਵਿਸ਼ੇਸ਼ਤਾ ਸੀ। ਹਰਸ਼ ਕਾਲ ਦੇ ਸੰਗ੍ਰਹਿ ਨੂੰ ਨੀਲੋ ਪਿੱਟੂ, ਜੋ ਉਹਦੇ ਡਾਕੂਮੈਂਟਸ ਦਾ ਰਿਕਾਰਡਸ ਆ ਨਾ, ਉਹਨੂੰ ਨੀਲੋ ਪਿੱਟੂ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਵਿਸ਼ੇਸ਼ ਅਫਸਰਾਂ ਦੇ ਨਿਯੰਤਰਣ ਅਧੀਨ ਸੀ। ਜਿਹੜਾ ਰਿਕਾਰਡ ਰੱਖਣ ਦਾ ਕੰਮ ਵੀ ਕੀ ਆ, ਖਾਸ ਅਫਸਰਾਂ ਦੇ ਅੰਤਰਗਤ ਸੀਗਾ। ਉਸ ਦੇ ਸਮੇਂ ਦੌਰਾਨ ਵਾਪਰੀਆਂ ਚੰਗੀਆਂ ਅਤੇ ਮਾੜੀਆਂ ਦੋਵੇਂ ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਸਨ। ਸਭ ਕੁਝ ਰਿਕਾਰਡ ਕਰੋ, ਚਾਹੇ ਚੰਗਾ ਹੋਇਆ ਚਾਹੇ ਮਾੜਾ ਹੋਇਆ, ਰਿਕਾਰਡ ਜ਼ਰੂਰ ਕਰੋ। ਹਰਸ਼ ਅਧੀਨ ਸਮਾਜ ਅਤੇ ਆਰਥਿਕਤਾ, ਇਹ ਗੱਲ ਪੜ੍ਹ ਲੈਂਦੇ ਹਾਂ। ਸਮਾਜ ਦੀ ਕੀ ਹਾਲਤ ਸੀ, ਆਰਥਿਕਤਾ ਕਿਸ ਤਰ੍ਹਾਂ ਦੀ ਸੀ। ਬਾਨ ਅਤੇ ਹਿਊਨ ਸੈਂਗ ਦੋਵੇਂ ਹਰਸ਼ ਦੇ ਸਮੇਂ ਦੇ ਸਮਾਜਿਕ ਜੀਵਨ ਨੂੰ ਦਰਸਾਉਂਦੇ ਹਨ। ਬਾਨ ਕੌਣ ਸੀ? ਬਾਨ ਭੱਟ, ਕੋਟ ਪੋਇਟ, ਦਰਬਾਰੀ ਕਵੀ ਹਰਸ਼ ਦਾ, ਹਰਸ਼ਵਰਧਨ ਦਾ, ਤੇ ਹਿਊਨ ਸੈਂਗ ਚੀਨੀ ਯਾਤਰੀ। ਇਹਨਾਂ ਨੇ ਆਪਣੀ ਲਿਖਤਾਂ ਵਿੱਚ ਉਸ ਸਮੇਂ ਦਾ ਸਮਾਜਿਕ ਜੀਵਨ ਪੇਸ਼ ਕੀਤਾ ਹੈ। ਸਮਾਜ ਦੀ ਚੌਗੁਣੀ ਵੰਡ, 4 ਜਾਤੀਆਂ ਵਿੱਚ 4 ਵਰਣਾਂ ਵਿੱਚ ਸਮਾਜ ਵੰਡਿਆ ਹੋਇਆ ਸੀ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਹ ਫੇਮਸ ਸੀ, ਇਹ ਪ੍ਰਚਲਿਤ ਸੀ। ਇਹਨਾਂ ਤੋਂ ਇਲਾਵਾ ਸਬ ਕਾਸਟਾਂ ਵੀ ਸੀ, ਉਪ ਜਾਤੀਆਂ ਵੀ ਸਨ। ਬ੍ਰਾਹਮਣ ਸਮਾਜ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਸੀ। ਇਸ ਨੂੰ ਕਾਫੀ ਅਧਿਕਾਰ ਪ੍ਰਾਪਤ ਸੀ, ਕਾਫੀ ਪ੍ਰਿਵਿਲੇਜ ਪ੍ਰਾਪਤ ਸੀ ਬ੍ਰਾਹਮਣ ਨੂੰ। ਇਹਦੀ ਪੋਜੀਸ਼ਨ ਕਾਫੀ ਉੱਚੀ ਸੀ, ਇਸ ਨੂੰ ਕਾਫੀ ਅਧਿਕਾਰ ਪ੍ਰਾਪਤ ਸਨ ਅਤੇ ਉਹਨਾਂ ਨੂੰ ਰਾਜਿਆਂ ਦੁਆਰਾ ਜ਼ਮੀਨਾਂ ਦਿੱਤੀਆਂ ਜਾਂਦੀਆਂ ਸਨ। ਰਾਜੇ ਇਹਨਾਂ ਨੂੰ ਦਾਨ ਦੇ ਰੂਪ ਵਿੱਚ ਲੈਂਡ, ਜ਼ਮੀਨਾਂ ਦਿੰਦੇ ਸਨ। ਖੱਤਰੀ ਹਾਕਮ ਜਮਾਤ ਸਨ। ਖੱਤਰੀ ਰਾਜੇ ਕੌਣ ਆ? ਖੱਤਰੀ। ਵੈਸ਼ਿਆ ਮੁੱਖ ਤੌਰ ਤੇ ਵਪਾਰੀ ਸਨ। ਠੀਕ ਹੈ ਜੀ। ਹਿਊਨ ਸਾਂਗ ਦਾ ਜ਼ਿਕਰ ਹੈ ਕਿ ਸ਼ੂਦਰ ਖੇਤੀਬਾੜੀ ਕਰਦੇ ਸਨ। ਸ਼ੂਦਰ ਖੇਤੀਬਾੜੀ ਜਾਂ ਆਰਟੀਸ਼ਨ ਵਗੈਰਾ ਹੁੰਦੇ ਸੀ। ਇਹ ਸੇਮ ਜੀ ਗੱਲ ਹੈ ਜੀ, ਚੱਲ ਰਹੀ ਹੈ। ਬਹੁਤ ਸਾਰੀਆਂ ਉਪ ਜਾਤੀਆਂ ਵੀ ਮੌਜੂਦ ਸਨ, ਕਿਉਂਕਿ ਜਿਉਂ-ਜਿਉਂ ਕੰਮ ਧੰਦੇ ਵੱਧ ਗਏ ਤਾਂ ਉਪ ਜਾਤੀਆਂ ਵੀ ਹੁਣ ਤੱਕ ਕਾਫੀ ਵੱਧ ਗਈਆਂ ਸੀ। ਔਰਤਾਂ ਦੀ ਸਥਿਤੀ ਤਸੱਲੀ ਬਖਸ਼ ਨਹੀਂ ਸੀ। ਔਰਤਾਂ ਦੀ ਕੰਡੀਸ਼ਨ ਕੋਈ ਜ਼ਿਆਦਾ ਵਧੀਆ ਨਹੀਂ ਸੀ। ਆਪਾਂ ਨਾ ਦੇਖੋ ਲੇਟਰ ਵੈਦਿਕ ਕਾਲ ਤੋਂ ਹੀ ਸ਼ੁਰੂ ਕਰ ਲਓ ਤੇ ਔਰਤਾਂ ਦੀ ਸਿਚੁਏਸ਼ਨ ਕੋਈ ਜ਼ਿਆਦਾ ਵਧੀਆ ਹੋਈ ਨਹੀਂ। ਸਵੈੰਬਰ ਦੀ ਸੰਸਥਾ ਮਤਲਬ ਆਪਣੇ ਪਤੀ ਨੂੰ ਖੁਦ ਚੁਣਨਾ, ਇਹ ਬਹੁਤ ਘੱਟ ਗਈ ਸੀ। ਆਪਣੇ ਪਤੀ ਨੂੰ ਖੁਦ ਚੁਣਨ ਦੀ ਚੋਣ, ਖੁਦ ਆਪਣਾ ਪਤੀ ਚੁਣਨਾ, ਸਵੈੰਬਰ, ਇਹ ਪ੍ਰਥਾ ਬਹੁਤ ਘੱਟ ਗਈ ਸੀ। ਵਿਧਵਾਵਾਂ ਦੇ ਪੁਨਰ ਵਿਆਹ ਦੀ ਇਜਾਜ਼ਤ ਨਹੀਂ ਸੀ। ਵਿਡੋ ਰੀਮੈਰਿਜ ਨਹੀਂ ਕਰ ਸਕਦੀਆਂ ਸਨ, ਖਾਸ ਕਰਕੇ ਉੱਚ ਜਾਤੀਆਂ ਵਿੱਚ। ਤਾਂ ਅਪਰ ਕਾਸਟ ਵਿੱਚ ਤਾਂ ਬਿਲਕੁਲ ਸੀ ਇਸ ਤਰ੍ਹਾਂ ਦੀ ਗੱਲ। ਇਹ ਨਾ ਜਿਹੜੀਆਂ ਇਹ ਹੈ ਕੁਰੀਤੀਆਂ, ਜਿਹੜੀਆਂ ਸਤੀ ਪ੍ਰਥਾ ਹੋ ਗਈ, ਵੂਮਨ ਦੁਆਰਾ ਵਿਆਹ ਨਹੀਂ ਕਰ ਸਕਦੀਆਂ, ਇਹ ਜ਼ਿਆਦਾਤਰ ਉੱਚ ਜਾਤੀਆਂ ਵਿੱਚ ਹੀ ਜ਼ਿਆਦਾ ਖਾਸ ਸੀ। ਠੀਕ। ਦਾਜ ਪ੍ਰਥਾ ਵੀ ਆਮ ਹੋ ਗਈ ਸੀ। ਸਤੀ ਪ੍ਰਥਾ ਵੀ ਪ੍ਰਚਲਿਤ ਸੀ। ਹਿਊਨ ਸਾਂਗ ਨੇ ਮ੍ਰਿਤਕਾਂ ਦੇ ਨਿਪਟਾਰੇ ਦੇ 3 ਤਰੀਕਿਆਂ ਦਾ ਜ਼ਿਕਰ ਕੀਤਾ ਹੈ। ਜਾਂ ਤਾਂ ਸੰਸਕਾਰ ਕਰ ਦਿਓ, ਅੱਗ ਲਗਾ ਦਿਓ ਲੱਕੜੀਆਂ ਨਾਲ ਡੈਡ ਬੋਡੀ ਨੂੰ, ਜਾਂ ਉਹਨਾਂ ਨੂੰ ਪਾਣੀ 'ਚ ਡੋਬ ਦਿਓ, ਤੇ ਜਾਂ ਜੰਗਲ ਵਿੱਚ ਵੈਸੇ ਹੀ ਛੱਡ ਦਿਓ ਕਿ ਜਾਨਵਰ ਖਾ ਲੈਣ। ਇਹ 3 ਤਰ੍ਹਾਂ ਦੇ ਕੀ ਆ ਆਪਣੇ ਡਿਸਪੋਜ਼ਲ ਆਫ ਦਾ ਡੈਡ ਬੋਡੀ ਤਰੀਕੇ ਸੀ। ਮ੍ਰਿਤਕਾਂ ਦੇ ਨਿਪਟਾਰੇ, ਇਸ ਤਰ੍ਹਾਂ ਦਾ ਸੰਸਕਾਰ ਕੀਤਾ ਜਾਂਦਾ ਸੀ ਇਸ 3 ਤਰੀਕਿਆਂ ਨਾਲ। ਲੱਕੜੀਆਂ ਨਾਲ ਅੱਗ ਲਗਾ ਦਿਓ, ਪਾਣੀ 'ਚ ਡੋਬ ਦਿਓ ਜਾਂ ਜੰਗਲ ਵਿੱਚ ਛੱਡ ਦਿਓ। ਹਰਸ਼ ਦੇ ਸਮੇਂ ਵਪਾਰ ਅਤੇ ਵਣਜ ਵਿੱਚ ਗਿਰਾਵਟ ਆਈ ਸੀ। ਆਹ ਇੰਪੋਰਟੈਂਟ ਪੁਆਇੰਟ ਆ। ਜਿਹੜਾ ਇਕੋਨਮੀ ਆ ਨਾ ਉਹ ਡਾਊਨ ਹੋ ਗਈ ਸੀ। ਵਪਾਰ ਘੱਟ ਗਿਆ, ਕਮਰਸ ਘੱਟ ਗਈ। ਤਾਂ ਹੁਣ ਜੇ ਵਪਾਰ ਵਗੈਰਾ ਘੱਟ ਗਿਆ ਤਾਂ ਡਿਮਾਂਡ ਘੱਟ ਗਈ, ਤੇ ਡਿਮਾਂਡ ਘੱਟ ਗਈ ਤਾਂ ਹੁਣ ਐਗਰੀਕਲਚਰ ਪ੍ਰੋਡਿਊਸ ਜਾਂ ਆਰਟੀਸ਼ਨ ਜੋ ਕਲਾਕ੍ਰਿਤੀਆਂ ਬਣਾਉਂਦੇ ਆ ਉਹ ਕਿੱਥੇ ਵੇਚੀਏ। ਤਾਂ ਇਸ ਦੇ ਨਾਲ ਆਮ ਆਰਥਿਕਤਾ ਵਿੱਚ ਵੀ ਗਿਰਾਵਟ ਆ ਗਈ ਸੀ। ਪਰ ਇੰਨਾ ਜ਼ਰੂਰ ਹੋਇਆ ਕਿ ਵਿਲੇਜ ਸੈਲਫ ਸਫੀਸ਼ੀਐਂਸੀ ਆ ਗਈ। ਵਿਲੇਜ ਲੈਵਲ 'ਤੇ, ਪਿੰਡ ਲੈਵਲ 'ਤੇ ਕੁਝ ਚੀਜ਼ਾਂ ਪੈਦਾ ਕਰਨੀਆਂ, ਉਹਨਾਂ ਲਈ ਪੈਦਾ ਕਰਨੀਆਂ ਜਿਨ੍ਹਾਂ ਨੂੰ ਚਾਹੀਦੀਆਂ ਆ। ਇਸ ਤਰ੍ਹਾਂ ਕਾਫੀ ਕੀ ਆ ਸਟੇਬਿਲਿਟੀ ਆ ਗਈ, ਸੈਲਫ ਸਫੀਸ਼ੀਐਂਸੀ ਆ ਗਈ ਵਿਲੇਜ ਲੈਵਲ 'ਤੇ। ਇੱਕ ਕੋਈ ਚੀਜ਼ ਪੈਦਾ ਕਰਦਾ ਸੀ ਤਾਂ ਵਿਲੇਜ ਲੈਵਲ 'ਤੇ ਹੀ ਉਹ ਯੂਟੀਲਾਈਜ਼ ਹੁੰਦੀ ਸੀ। ਵਪਾਰ ਇੰਨਾ ਨਹੀਂ ਹੁੰਦਾ ਸੀ ਬਾਹਰ। ਇਹ ਵਪਾਰਕ ਕੇਂਦਰਾਂ ਦਾ ਘਟਣਾ, ਸਿੱਕਿਆਂ ਦੀ ਘੱਟ ਗਿਣਤੀ ਅਤੇ ਵਪਾਰੀ ਗਿਲਡ ਦੀਆਂ ਹੌਲੀ ਜਾਂ ਘੱਟ ਗਤੀਵਿਧੀਆਂ ਤੋਂ ਸਪਸ਼ਟ ਹੁੰਦਾ ਹੈ। ਉਸ ਸਮੇਂ ਵਪਾਰਿਕ ਕੇਂਦਰ ਘੱਟ ਗਏ
ਇੰਨੇ ਨਾਮ ਨਹੀਂ ਮਿਲਦੇ, ਜਿੱਥੋਂ ਵਪਾਰ ਹੁੰਦਾ ਹੋਵੇ ਬੰਦਰਗਾਹਾਂ ਦੇ ਨਾਮ ਨਹੀਂ ਮਿਲਦੇ, ਵਪਾਰਿਕ ਕੇਂਦਰਾਂ ਦੇ ਨਾਮ ਨਹੀਂ ਮਿਲਦੇ, ਸਿੱਕਿਆਂ ਦੀ ਗਿਣਤੀ ਘੱਟ ਗਈ, ਤਾਂ ਜਿਹੜੇ ਵਪਾਰੀਆਂ ਦੇ ਆਪਣੇ ਗਰੁੱਪ ਸੀ ਉਹਨਾਂ ਦੀਆਂ ਗਤੀਵਿਧੀਆਂ ਵੀ ਕਾਫੀ ਸਲੋ ਹੋ ਗਈਆਂ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਵਪਾਰ ਕਾਫੀ ਘੱਟ ਗਿਆ ਸੀ। ਵਪਾਰ ਦੀ ਗਿਰਾਵਟ ਨੇ ਦਸਤਕਾਰੀ ਉਦਯੋਗ ਅਤੇ ਖੇਤੀਬਾੜੀ ਨੂੰ ਪ੍ਰਭਾਵਿਤ ਕੀਤਾ। ਹੁਣ ਜਿਹੜੇ ਦਸਤਕਾਰ ਆ, ਕਰਾਫਟਸਮੈਨ ਆ, ਜੋ ਅਲੱਗ-ਅਲੱਗ ਚੀਜ਼ਾਂ ਬਣਾਉਂਦੇ ਆ, ਉਹ ਚੀਜ਼ਾਂ ਕਿੱਥੇ ਵੇਚਣ, ਹੈ ਨਾ। ਜਦ ਡਿਮਾਂਡ ਹੀ ਹੈ ਨਹੀਂ ਤਾਂ ਖੇਤੀਬਾੜੀ ਵਾਲੇ ਵੀ ਆਪਣੀ ਜ਼ਰੂਰਤਾਂ ਤੋਂ ਇਲਾਵਾ ਹੋਰ ਕੀ ਪ੍ਰੋਡਿਊਸ ਕਰਨ ਜੋ ਵਿਕੇ। ਇਸ ਕਰਕੇ ਇਹਨਾਂ ਦੀ ਵੀ ਡਿਮਾਂਡ ਘੱਟ ਗਈ। ਦਸਤਕਾਰੀ ਉਦਯੋਗ ਅਤੇ ਖੇਤੀਬਾੜੀ ਨੂੰ ਵੀ ਪ੍ਰਭਾਵਿਤ ਕੀਤਾ ਘੱਟ ਡਿਮਾਂਡ ਨੇ, ਕਿਉਂਕਿ ਵਸਤੂਆਂ ਦੀ ਵੱਡੀ ਪੱਧਰ 'ਤੇ ਮੰਗ ਨਹੀਂ ਸੀ। ਇਸ ਲਈ ਕਿਸਾਨ ਵੀ ਘੱਟ ਉਤਪਾਦਨ ਕਰਨ ਲੱਗੇ। ਕਿਸਾਨ ਨੂੰ ਕੋਈ ਹੁਣ ਮੋਟੀਵੇਸ਼ਨ ਨਹੀਂ ਵੀ ਕੀ ਪੈਦਾ ਕਰੀਏ, ਕਿਉਂਕਿ ਮੰਡੀਆਂ ਵਿੱਚ ਇੰਨੀ ਜ਼ਿਆਦਾ ਡਿਮਾਂਡ ਨਹੀਂ ਸੀ। ਇਸ ਨਾਲ ਸਵੈ ਨਿਰਭਰ ਆਰਥਿਕਤਾ ਵਾਲੇ ਪਿੰਡਾਂ ਦਾ ਵਿਕਾਸ ਹੋਇਆ। ਹਾਂ, ਇੰਨਾ ਜ਼ਰੂਰ ਹੋਇਆ ਕਿ ਹੁਣ ਜੋ ਐਗਰੀਕਲਚਰ ਵਾਲਿਆਂ ਨੇ, ਖੇਤੀਬਾੜੀ ਕਰਨ ਵਾਲਿਆਂ ਨੇ ਜੋ ਪੈਦਾ ਕਰਨਾ ਆ, ਉਹ ਵਿਲੇਜ ਲੈਵਲ 'ਤੇ ਹੀ ਕੰਜ਼ਿਊਮ ਹੋ ਜਾਂਦਾ ਸੀ। ਇਹਨਾਂ ਗੱਲਾਂ ਕਰਕੇ ਇੱਕ ਪਿੰਡ ਸਵੈ ਨਿਰਭਰ ਆਰਥਿਕਤਾ ਵਾਲੇ ਬਣਨ ਲੱਗ ਗਏ। ਸੰਖੇਪ ਵਿੱਚ ਕਹੀਏ ਤਾਂ ਗੁਪਤ ਕਾਲ ਦੀ ਆਰਥਿਕਤਾ ਦੀ ਤੁਲਨਾ ਵਿੱਚ ਹੁਣ ਹਰਸ਼ਵਰਧਨ ਦੇ ਟਾਈਮ ਆਰਥਿਕਤਾ ਬਹੁਤ ਘੱਟ ਗਈ ਸੀ। ਇਸ ਤਰ੍ਹਾਂ ਦੇ ਪ੍ਰਸ਼ਨ ਆ ਜਾਂਦੇ ਆ ਕਿ ਹਰਸ਼ਵਰਧਨ ਦੇ ਸਮੇਂ ਆਰਥਿਕਤਾ ਬਹੁਤ ਘੱਟ ਗਈ ਸੀ, ਚਾਨਣਾ ਪਾਓ। ਠੀਕ, ਅੱਗੇ ਆ ਜੀ ਕਲਚਰਲ ਪ੍ਰੋਗਰੈਸ, ਸੱਭਿਆਚਾਰਕ ਤਰੱਕੀ। ਹਰਸ਼ ਦੇ ਸਮੇਂ ਦੀ ਕਲਾ ਅਤੇ ਆਰਕੀਟੈਕਚਰ ਬਹੁਤ ਘੱਟ ਹਨ, ਕੋਈ ਬਹੁਤਾ ਜ਼ਿਆਦਾ ਕਲਾ ਨਿਰਮਾਣ ਨਹੀਂ ਹੋਇਆ ਇਸ ਸਮੇਂ, ਅਤੇ ਜੋ ਹੈ ਉਹ ਜ਼ਿਆਦਾਤਰ ਗੁਪਤ ਸ਼ੈਲੀ ਦੀ ਹੀ ਪਾਲਣਾ ਕਰਦੇ ਹਨ। ਜੋ ਕੁਛ ਕਲਾ ਅਤੇ ਆਰਕੀਟੈਕਟ ਦੇ ਨਮੂਨੇ ਹਨ ਉਹ ਪਹਿਲਾਂ ਤੋਂ ਚੱਲੀ ਆ ਰਹੀ ਗੁਪਤ ਸ਼ੈਲੀ ਉਸ ਵਿੱਚ ਹੀ ਬਣਾਏ ਗਏ ਹਨ। ਹਿਊਨ-ਸਾਂਗ ਨੇ ਨਾਲੰਦਾ ਵਿਖੇ ਹਰਸ਼ ਦੁਆਰਾ ਬਣਾਈ ਗਈ ਕਈ ਮੰਜ਼ਿਲਾਂ ਵਾਲੀ ਮੱਠ ਦੀ ਮਹਿਮਾ ਦਾ ਵਰਣਨ ਕੀਤਾ ਹੈ ਕਿ ਹਰਸ਼ਵਰਧਨ ਨੇ ਕੀ ਕੀਤਾ, ਨਾਲੰਦਾ ਵਿੱਚ ਕਈ ਮੰਜ਼ਿਲਾਂ ਵਾਲਾ ਇੱਕ ਮੱਠ ਬਣਾਇਆ। ਇਹ ਇੱਕ ਸਟਰਕਚਰ ਹੈ। ਉਹ 8 ਫੁੱਟ ਉਚਾਈ ਵਾਲੀ ਬੁੱਧ ਦੀ ਤਾਂਬੇ ਦੀ ਮੂਰਤੀ ਦੀ ਵੀ ਗੱਲ ਕਰਦਾ ਹੈ। ਹਿਊਨ-ਸਾਂਗ ਨੇ ਇਹਦੀ ਗੱਲ ਵੀ ਕੀਤੀ। ਹੁਣ ਹੋ ਸਕਦਾ ਇਹ ਉਹੀ ਮੂਰਤੀ ਹੋਵੇ ਜੋ ਅਸੀਂ ਪਿਛਲੇ ਲੈਕਚਰ 'ਚ ਪੜ੍ਹੀ ਸੀ। ਬੁੱਧ ਦੀ 8 ਫੁੱਟ ਵਾਲੀ ਤਾਂਬੇ ਦੀ ਮੂਰਤੀ ਸੀ। ਸਿਰਪੁਰ ਵਿਖੇ ਲਕਸ਼ਮਣ ਦਾ ਇੱਟਾਂ ਨਾਲ ਬਣਾਇਆ ਮੰਦਰ ਬਹੁਤ ਵਧੀਆ ਭਵਨ ਨਿਰਮਾਣ ਕਲਾ ਦਾ ਉਦਾਹਰਣ ਹੈ। ਇਹ ਹਰਸ਼ ਦੇ ਸਮੇਂ ਬਣਾਇਆ ਗਿਆ ਸੀ। ਆਹ ਇੱਕ ਮੰਦਰ ਹੈ, ਲਕਸ਼ਮਣ ਦਾ ਇੱਟਾਂ ਨਾਲ ਬਣਾਇਆ ਹੋਇਆ ਮੰਦਰ ਸਿਰਪੁਰ ਵਿਖੇ। ਆਹ ਮੇਨ ਗੱਲ ਆ ਜੀ। ਕਲਾ ਦੇ ਵਿੱਚ, ਭਵਨ ਨਿਰਮਾਣ ਦੇ ਵਿੱਚ ਸ਼ਾਇਦ ਉਹ ਓਨਾ ਨਹੀਂ ਸੀ, ਪਰ ਵਿੱਦਿਆ ਦੇ ਖੇਤਰ ਵਿੱਚ ਕਾਫੀ ਉਸਨੇ ਉਹ ਸਰਪ੍ਰਸਤੀ ਦਿੱਤੀ, ਪ੍ਰਮੋਸ਼ਨ ਕੀਤੀ ਐਜੂਕੇਸ਼ਨ ਦੀ। ਉਹ ਨਾਲੰਦਾ ਯੂਨੀਵਰਸਿਟੀ ਨੂੰ ਉਸਨੇ ਕਾਫੀ ਪ੍ਰਮੋਟ ਕੀਤਾ, ਕਾਫੀ ਦਾਨ ਪੁੰਨ ਦਿੱਤਾ, ਤੇ ਬੁੱਧ ਧਰਮ ਉੱਤੇ ਅਸੈਂਬਲੀਆਂ ਬੁਲਾਉਂਦਾ ਸੀ, ਵਿਚਾਰ ਡਿਸਕਸ਼ਨ ਕਰਦਾ ਸੀ, ਡਿਬੇਟ ਕਰਦਾ ਸੀ, ਕਰਵਾਉਂਦਾ ਸੀ। ਤੇ ਆਪਣੇ ਉਹਦੇ ਦਰਬਾਰ ਵਿੱਚ ਵੀ ਮਹਾਨ ਕਵੀ ਸਨ ਜਿਨ੍ਹਾਂ ਨੂੰ ਉਹ ਪ੍ਰਮੋਟ ਕਰਦਾ ਸੀ, ਪੈਟਰੋਨੇਜ ਦਿੰਦਾ ਸੀ। ਉਸਦੇ ਜੀਵਨੀਕਾਰ, ਹਰਸ਼ਵਰਧਨ ਦੀ ਜੀਵਨੀ ਕਿਸ ਨੇ ਲਿਖੀ ਸੀ? ਉਸਦੇ ਦਰਬਾਰੀ ਕਵੀ ਪਾਨਪਟ ਨੇ। ਹਰਸ਼ ਚਰਿਤਾ। ਉਸਦੇ ਜੀਵਨੀਕਾਰ ਪਾਨਪਟ ਉਸਦੇ ਸ਼ਾਹੀ ਦਰਬਾਰ ਦਾ ਸ਼ਿੰਗਾਰ ਸੀ। ਹਰਸ਼ ਚਰਿਤ ਤੋਂ ਇਲਾਵਾ ਉਸਨੇ ਕਾਦੰਬਰੀ ਵੀ ਲਿਖੀ। ਆਹ ਇੰਪੋਰਟੈਂਟ ਪ੍ਰਸ਼ਨ ਹੋ ਗਿਆ। ਕਾਦੰਬਰੀ ਦੇ ਲੇਖਕ ਕੌਣ ਸੀ? ਬਾਣਭੱਟ। ਹਰਸ਼ ਚਰਿਤਾ ਦੇ ਲੇਖਕ ਕੌਣ ਸੀ? ਬਾਣਭੱਟ। ਇਹ ਤੁਸੀਂ ਯਾਦ ਕਰ ਲੈਣਾ। ਅਲੱਗ-ਅਲੱਗ ਰਚਨਾਵਾਂ ਹੈ ਜਿਹੜੀਆਂ, ਉਹ ਮੇਨ ਪੋਇਟ ਦੀਆਂ ਰਚਨਾਵਾਂ ਬਾਣਭੱਟ ਦੀਆਂ ਆਹ ਦੋ ਆ, ਹਰਸ਼ ਚਰਿਤਾ ਅਤੇ ਕਾਦੰਬਰੀ। ਹਰਸ਼ ਦੇ ਦਰਬਾਰ ਵਿੱਚ ਹੋਰ ਸਾਹਿਤਕ ਹਸਤੀਆਂ ਜਿਵੇਂ ਮਾਤੰਗਾ ਦਿਵਾਕਰ ਅਤੇ ਪ੍ਰਸਿੱਧ ਭਰਤਰੀ ਹਰੀ ਵੀ ਸੀ। ਆਹ ਵੀ ਦੋ ਸੀ, ਮਾਤੰਗ ਦਿਵਾਕਰ ਤੇ ਭਰਤਰੀ ਹਰੀ। ਹੁਣ ਭਰਤਰੀ ਹਰੀ ਇੱਕ ਕਵੀ ਸੀ। ਭਰਤਰੀ ਹਰੀ ਇੱਕ ਕਵੀ, ਇੱਕ ਦਾਰਸ਼ਨਿਕ ਅਤੇ ਵਿਆਕਰਨਕਾਰ ਸੀ। ਪੋਇਟ ਵੀ ਸੀ, ਫਿਲੋਸਫਰ ਵੀ ਸੀ ਅਤੇ ਗ੍ਰਾਮੈਟੀਸ਼ੀਅਨ, ਮਤਲਬ ਗ੍ਰਾਮਰ ਦੇ ਉੱਤੇ ਵੀ ਇਹਦਾ ਕੰਮ ਸੀ। ਵਿਆਕਰਨਕਾਰ। ਹਰਸ਼ ਨੇ ਖੁਦ 3 ਨਾਟਕ ਲਿਖੇ ਸਨ। ਕਿਹੜੇ? ਰਤਨਾਵਲੀ, ਪ੍ਰਿਯਦਰਸ਼ਿਕਾ ਅਤੇ ਨਾਗਨੰਦ। ਇਹ ਯਾਦ ਰੱਖਣੇ ਤੁਸੀਂ, ਇਹ ਪਹਿਲਾਂ ਵੀ ਆਏ ਆ, ਤੁਸੀਂ ਵੀ ਯਾਦ ਰੱਖਣੇ, ਦੁਬਾਰਾ ਫਿਰ ਆ ਗਏ। ਹਰਸ਼ ਨੇ ਖੁਦ 3 ਨਾਟਕ ਲਿਖੇ ਸੀ, ਰਤਨਾਵਲੀ, ਪ੍ਰਿਯਦਰਸ਼ਿਕਾ ਅਤੇ ਨਾਗਨੰਦ। ਠੀਕ। ਹਰਸ਼ ਨੇ ਨਾਲੰਦਾ ਯੂਨੀਵਰਸਿਟੀ ਨੂੰ ਆਪਣੇ ਖਜ਼ਾਨੇ ਰਾਹੀਂ ਕਾਫੀ ਸਰਪ੍ਰਸਤੀ ਦਿੱਤੀ, ਖੁੱਲੀ ਡੋਨੇਸ਼ਨ ਦਿੱਤੀ ਸੀ। ਨਾਲੰਦਾ ਯੂਨੀਵਰਸਿਟੀ ਨੂੰ ਕਾਫੀ ਪ੍ਰਮੋਟ ਕੀਤਾ ਹਰਸ਼ਵਰਧਨ ਨੇ। ਇਸ ਯੂਨੀਵਰਸਿਟੀ ਨੇ ਆਪਣੇ ਸ਼ਾਸਨ ਕਾਲ ਦੌਰਾਨ ਸਿੱਖਿਆ ਦੇ ਕੇਂਦਰ ਵਜੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਲਈ ਸੀ। ਹਰਸ਼ਵਰਧਨ ਦੇ ਦੌਰਾਨ
एक ये यूनिवर्सिटी काफ़ी प्रमोट हुई तो हुण इसनूं की है वर्ल्ड लैवल की यूनिवर्सिटी का दर्जा मिल गया, प्रसिद्धि मिल गई। ह्यूसांग चाइनीज यात्री ह्यूसांग उसने नालंदा यूनिवर्सिटी का दौरा किया ਅਤੇ कुछ समा ਇੱਥੇ विद्यार्थी वजों भी रहा। कौन? ह्यूसांग। ਅੱਗੇ जी नालंदा यूनिवर्सिटी की स्पैशल ਅਸੀਂ ਗੱਲ ਕਰਦੇ ਹਾਂ। नालंदा यूनिवर्सिटी जरा याद करो इसकी नींव किसने रखी सी? कुमारगुप्त। गुप्त अंपायर का शासक कुमारगुप्त वन। आ हुण जदों खुदाई की तो देखिया तो इस तरह के सानू खंडर मिलिया सी नालंदा यूनिवर्सिटी का। आ पौड़ियां जांदियां जी, आ वड्डी जी इमारत आ। फिर ना इत्थों देख के ना समझ के थोड़ा बंदा फिर अंदाजा ला लैंदा भी इत्थे एक वड्डा हाल होना आ, है ना, कुछ ना कुछ कंस्ट्रक्शनां होणियां आ, इत्थे लाइब्रेरी होनी आ, इत्थे होर कोई ऑबजरवेटरी होनी आ, इस तरह दी गल्लां। ते हुण तां इत्थे हुण एट प्रेजेंट दोबारा यूनिवर्सिटी बन गई है जी, नालंदा नाम तो दोबारा यूनिवर्सिटी बन गई। असीं गल करांगे पुरानी नालंदा यूनिवर्सिटी बारे। प्राचीन भारत के चीनी यात्रियों ने कई विद्यक संस्थावां का जिक्र किया है। इन्हां विचों सब तो मशहूर बल्लवी की हीनयान यूनिवर्सिटी, ये इंपॉर्टेंट हो गए। हीनयान यूनिवर्सिटी देखो बुद्ध धर्म के असीं दो ग्रुप मन्ने सी, दो असीं ब्रांचां पढ़ियां सी, एक सी हीनयान एक सी महायान। ते जिहड़ी बल्लवी विच आ वो है जी हीनयान यूनिवर्सिटी, हीनयान बुद्ध धर्म वाली यूनिवर्सिटी। ते नालंदा दी महायान यूनिवर्सिटी, ये बहुत मशहूर सन। ह्यूसांग ने नालंदा यूनिवर्सिटी का बहुत ही मुल्यवान बिरतांत दिता है, दस्सिया कि इहदे विच की सी। हुण जदों असीं स्टडी करदे हां, खंडर की स्टडी करदे हां, तां काफ़ी गल्लां मैच कर जांदियां ह्यूसांग दे ब्यौरे नाल। नालंदा शब्द का अर्थ है ज्ञान देण वाला। ये प्रश्न आ सकदा, नालंदा का क्या मतलब आ? ज्ञान देण वाला। इत्थों ज्ञान मिलदा सी। ठीक है जी। इसकी स्थापना गुप्त काल दौरान कुमारगुप्त पहले द्वारा की गई सी। किसने की? कुमारगुप्त पहले। कुमारगुप्त पहले। इसकी सरप्रस्ती उसके उत्तराधिकारियों द्वारा ਅਤੇ बाद विच हर्ष द्वारा भी की गई। बाद वाले राजियां ने, गुप्त काल के राजा ने भी ते हर्षवर्धन ने भी इन्हां दी सरप्रस्ती की, इसनूं डोनेशन वगैरह दिते, इस यूनिवर्सिटी नूं प्रमोट किया। यूनिवर्सिटी के प्रोफैसरां नूं पंडित कहा जाता सी। की कहा जाता सी? पंडित। इसकी कुछ मशहूर प्रोफैसर देख लो जी, डिंगनागा, धर्मपाल, थिरमती ਅਤੇ सिलभद्रा सन। धर्मपाल सब तो इंपॉर्टेंट आ। धर्मपाल कांचीपुरम का मूल निवासी सी, तमिलनाडु का, ਅਤੇ ਉਹ नालंदा यूनिवर्सिटी का मुखी बनया। इंपॉर्टेंट पॉइंट हो गया, कित्थे ਉਹ ਰਹਿੰਦਾ ਸੀ? तमिलनाडु ਵਿੱਚ, पर यह फिर नालंदा यूनिवर्सिटी का हैड बनया सी। ये काफ़ी विद्वान बंदा सी धर्मपाल। नालंदा यूनिवर्सिटी एक रिहायश यूनिवर्सिटी सी, रेजिडेंशियल यूनिवर्सिटी। कहने का भाव इत्थे की आ होस्टल वगैरह भी सन, ਅਤੇ ਇੱਥੇ ਰਹਿਣ ਸਹਿਣ ਸਮੇਤ ਸਿੱਖਿਆ ਮੁਫਤ ਸੀ। ਕੀ ਸਿੱਖਿਆ ਲਈ ਫੀਸ ਲਈ ਜਾਂਦੀ ਸੀ? ਨਹੀਂ, ਸਿੱਖਿਆ ਮੁਫਤ ਸੀ, ਰਹਿਣਾ ਸਹਿਣਾ ਵੀ ਫ੍ਰੀ ਸੀ। 100 ਤੋਂ 200 ਪਿੰਡਾਂ ਤੋਂ ਪ੍ਰਾਪਤ ਹੋਏ ਮਾਲੀਏ ਰੈਵਨਿਊ, ਇਸ ਨਾਲ ਇਸ ਦਾ ਖਰਚਾ ਚੱਲਦਾ ਸੀ। ਅਲੱਗ-ਅਲੱਗ ਰਾਜਿਆਂ ਨੇ ਇਹਨੂੰ ਲਗਭਗ 100 ਤੋਂ 200 ਪਿੰਡ ਲਾਏ ਹੋਏ ਸੀ, ਭਾਵ 100 ਤੋਂ 200 ਪਿੰਡਾਂ ਤੋਂ ਮਿਲਦਾ ਹੋਇਆ ਜੋ ਵੀ ਰੈਵਨਿਊ ਸੀ ਉਹ ਇਸ ਯੂਨੀਵਰਸਿਟੀ ਤੇ ਖਰਚ ਕੀਤਾ ਜਾਂਦਾ ਸੀ। ਤਾਂ ਕਰਕੇ ਇਸ ਯੂਨੀਵਰਸਿਟੀ ਵਿੱਚ ਕੀ ਹੈ, ਸਿੱਖਿਆ ਮੁਫਤ ਸੀ ਤਾਂ ਇਹਦਾ ਖਰਚਾ ਚੱਲਦਾ ਸੀ। ਭਾਵੇਂ ਇਹ ਮਹਾਯਾਨ ਯੂਨੀਵਰਸਿਟੀ ਸੀ, ਪਰ ਵੱਖ-ਵੱਖ ਧਾਰਮਿਕ ਵਿਸ਼ੇ ਵੀ ਇੱਥੇ ਪੜ੍ਹਾਏ ਜਾਂਦੇ ਸਨ। ਇਹ ਪ੍ਰਸ਼ਨ ਆ ਸਕਦਾ ਕਿ ਇੱਥੇ ਸਿਰਫ ਬੋਧੀਆਂ ਦੀ ਪੜ੍ਹਾਈ ਕਰਾਈ ਜਾਂਦੀ ਸੀ? ਕਹਿੰਦੇ ਨਹੀਂ, ਮਹਾਯਾਨ ਯੂਨੀਵਰਸਿਟੀ ਸੀ, ਪਰ ਵੱਖ-ਵੱਖ ਧਾਰਮਿਕ ਵਿਸ਼ੇ ਜਿਵੇਂ ਵੇਦ, ਹੀਨਯਾਨ ਸਿਧਾਂਤ, ਸਾਂਖਿਆ ਅਤੇ ਯੋਗ ਦਰਸ਼ਨ ਵੀ ਪੜ੍ਹਾਏ ਜਾਂਦੇ ਸਨ। ਸਾਂਖਿਆ, ਯੋਗ ਇਹ ਫਿਲਾਸਫੀਆਂ ਆ, ਭਾਰਤੀ ਕਈ ਧਰਮਾਂ ਦੀਆਂ ਅਲੱਗ-ਅਲੱਗ ਆਪਣੀਆਂ ਫਿਲਾਸਫੀਆਂ ਆ। ਇਸ ਤੋਂ ਇਲਾਵਾ ਸਿਲੇਬਸ ਵਿੱਚ ਲੌਜਿਕ ਮਤਲਬ ਤਰਕ, ਵਿਆਕਰਨ, ਖਗੋਲ ਵਿਗਿਆਨ, ਐਸਟਰੋਨੋਮੀ, ਗ੍ਰਹਿਾਂ ਬਾਰੇ, ਦਵਾਈ, ਐਸਟਰੋਨੋਮੀ ਸਮਝਦੇ ਨਾ, ਖਗੋਲ ਵਿਗਿਆਨ, ਗ੍ਰਹਿਣ ਕਿੱਦਾਂ ਲੱਗਦਾ ਆ, ਧਰਤੀ ਕਿਹਦੇ ਦੁਆਲੇ ਘੁੰਮਦੀ ਆ, ਇਹਨਾਂ ਸਾਰੀਆਂ ਗੱਲਾਂ, ਇਹ ਗੱਲਾਂ ਉੱਤੇ ਸਟੱਡੀ, ਦਵਾਈ ਵਗੈਰਾ, ਮੈਡੀਸਿਨ ਅਤੇ ਕਲਾ ਵਰਗੇ ਆਮ ਵਿਸ਼ੇ ਵੀ ਪੜ੍ਹਾਏ ਜਾਂਦੇ ਸਨ। ਇਸ ਨੇ ਨਾ ਸਿਰਫ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਬਲਕਿ ਪੂਰਬ ਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕੀਤਾ। ਈਸਟ ਵੱਲੋਂ ਆ ਜਾਪਾਨ ਸਾਈਡ ਹੋ ਗਏ, ਕੋਰੀਆ, ਇੱਧਰ ਆਪਣੇ ਹੋ ਗਏ ਨਹੀਂ
ਆ ਜਿਹੜੇ ਬੁੱਧਿਸਟ ਕੰਟਰੀਆਂ ਆ, ਥਾਈਲੈਂਡ ਵਗੈਰਾ, ਇਹਨਾਂ ਤੋਂ ਵੀ ਇੱਥੇ ਵਿਦਿਆਰਥੀ ਆਏ। ਦਾਖਲਾ ਇੱਕ ਪ੍ਰਵੇਸ਼ ਪ੍ਰੀਖਿਆ ਦੇ ਜ਼ਰੀਏ ਕੀਤਾ ਜਾਂਦਾ ਸੀ। ਐਂਟਰੈਂਸ ਟੈਸਟ ਹੁੰਦਾ ਸੀ, ਸੀਟਾਂ ਘੱਟ ਸੀ, ਵਿਦਿਆਰਥੀ ਜ਼ਿਆਦਾ ਹੁੰਦੇ ਸੀ। ਫਿਰ ਐਂਟਰੈਂਸ ਟੈਸਟ ਪ੍ਰਵੇਸ਼ ਪ੍ਰੀਖਿਆ ਲਈ ਜਾਂਦੀ ਸੀ। ਪ੍ਰੀਖਿਆ ਕਾਫੀ ਕਠਿਨ ਹੁੰਦੀ ਸੀ ਤੇ 30% ਬੰਦੇ ਹੀ ਪਾਸ ਹੁੰਦੇ ਸੀ। ਦਾਖਲਾ ਪ੍ਰੀਖਿਆ ਇੰਨੀ ਔਖੀ ਸੀ ਕਿ 30% ਤੋਂ ਵੱਧ ਉਮੀਦਵਾਰ ਸਫਲ ਨਹੀਂ ਹੋ ਸਕੇ। ਅਨੁਸ਼ਾਸਨ ਬਹੁਤ ਸਖਤ ਸੀ, ਡਿਸਿਪਲਿਨ ਮੇਨਟੇਨ ਕੀਤਾ ਜਾਂਦਾ ਸੀ। ਲੈਕਚਰਾਂ ਤੋਂ ਵੱਧ ਚਰਚਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਸੀ। ਬੇਸਿਕਲੀ ਲੈਕਚਰ ਉੱਤੇ ਘੱਟ ਫੋਕਸ ਹੁੰਦਾ ਸੀ ਤੇ ਆਪਸ 'ਚ ਵਿਚਾਰ ਚਰਚਾ ਜ਼ਿਆਦਾ ਹੁੰਦੀ ਸੀ, ਡਿਬੇਟ ਡਿਸਕਸ਼ਨ ਜ਼ਿਆਦਾ ਹੁੰਦਾ ਸੀ। ਤਾਂ ਮਾਧਿਅਮ ਕਿਹੜਾ ਸੀ? ਸੰਸਕ੍ਰਿਤ। ਇਹ ਇੰਪੋਰਟੈਂਟ ਪੁਆਇੰਟ ਆ, ਸੰਸਕ੍ਰਿਤ ਸੀ। ਮੀਡੀਅਮ ਆਫ ਐਜੂਕੇਸ਼ਨ ਕਿਹੜਾ ਸੀ? ਸੰਸਕ੍ਰਿਤ। ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਸੀ। ਹਾਲੀਆ ਮਤਲਬ ਜੋ ਰੀਸੈਂਟਲੀ ਇੱਥੇ ਖੁਦਾਈ ਕੀਤੀ ਗਈ, ਪੁਰਾਤਤਵ ਖੁਦਾਈ ਨੇ ਨਾਲੰਦਾ ਯੂਨੀਵਰਸਿਟੀ ਦੇ ਖੰਡਰ ਨੂੰ ਸਾਹਮਣੇ ਲਿਆਂਦਾ ਹੈ। ਸਾਨੂੰ ਪਤਾ ਲੱਗਾ ਵੀ ਇੱਥੇ ਕੀ ਸੀ, ਖੁਦਾਈ ਹੋਈ ਤਾਂ ਆਹ ਸਾਰਾ ਜੋ ਅਸੀਂ ਉੱਤੇ ਫੋਟੋ ਦੇਖੀ ਆ, ਇਹ ਵੀ ਪਤਾ ਲੱਗਾ ਵੀ ਇੱਥੇ ਇਸ ਤਰ੍ਹਾਂ ਦੀ ਇਹ ਕੋਈ ਯੂਨੀਵਰਸਿਟੀ ਸੀ। ਇਸ ਤਰ੍ਹਾਂ ਦੀਆਂ ਇਮਾਰਤਾਂ, ਕੰਧਾਂ ਸਾਨੂੰ ਮਿਲੀਆਂ। ਇਹ ਸਿੱਖਣ ਦੇ ਇਸ ਕੇਂਦਰ ਦੀ ਸ਼ਾਨ ਨੂੰ ਦਰਸਾਉਂਦਾ ਹੈ। ਸਾਨੂੰ ਪਤਾ ਲੱਗਦਾ ਵੀ ਕਿੰਨੀ ਵੱਡੀ ਸ਼ਾਨਦਾਰ ਯੂਨੀਵਰਸਿਟੀ ਸੀ ਇਹ। ਜਿਉਂ ਅਸੀਂ ਇਸ ਦੇ ਖੰਡਰ ਨੂੰ ਸਟੱਡੀ ਕਰਦੇ ਹਾਂ ਤਾਂ ਸਾਨੂੰ ਜਾਣਕਾਰੀ ਮਿਲਦੀ ਹੈ ਅਤੇ ਚੀਨੀ ਸ਼ਰਧਾਲੂਆਂ ਦੁਆਰਾ ਦਿੱਤੇ ਖਾਤੇ ਦੀ ਪੁਸ਼ਟੀ ਕਰਦਾ ਹੈ। ਪਹਿਲਾਂ ਚੀਨੀ ਯਾਤਰੀਆਂ ਨੇ ਕਾਫੀ ਗੱਲਾਂ ਕਹੀਆਂ ਇਸ ਯੂਨੀਵਰਸਿਟੀ ਬਾਰੇ। ਫਿਰ ਜਦੋਂ ਅਸੀਂ ਖੁਦ ਇਸ ਦੇ ਖੰਡਰ ਨੂੰ ਦੇਖਿਆ, ਸਟੱਡੀ ਕੀਤਾ ਤਾਂ ਜੋ ਚੀਨੀ ਯਾਤਰੀਆਂ ਨੇ ਕਿਹਾ ਉਹ ਕਾਫੀ ਮੈਚ ਕਰ ਗਿਆ। ਇਸ ਦੇ ਨਾਲ ਬਹੁਤ ਸਾਰੇ ਕਲਾਸਰੂਮ ਅਤੇ ਇੱਕ ਹੋਸਟਲ ਜੁੜਿਆ ਹੋਇਆ ਸੀ। ਕਲਾਸਰੂਮ ਵੀ ਸੀ, ਹੋਸਟਲ ਵੀ ਸੀ। ਚੀਨੀ ਸ਼ਰਧਾਲੂ ਇਟ ਸਿੰਘ ਦੇ ਅਨੁਸਾਰ ਇਸ ਦੇ ਰੋਲ ਵਿੱਚ 3000 ਵਿਦਿਆਰਥੀ ਸਨ। ਕਿੰਨੇ? ਲਗਭਗ 3000 ਬੰਦੇ ਐਟ ਏ ਟਾਈਮ ਪੜ੍ਹਦੇ ਸੀ। ਇਸ ਵਿੱਚ 3 ਇਮਾਰਤਾਂ ਵਿੱਚ ਇੱਕ ਆਬਜ਼ਰਵੇਟਰੀ ਮਤਲਬ ਨਿਰੀਖਣ ਕੇਂਦਰ ਅਤੇ ਇੱਕ ਮਹਾਨ ਲਾਇਬ੍ਰੇਰੀ ਸੀ। ਕਾਫੀ ਵੱਡੀ ਲਾਇਬ੍ਰੇਰੀ ਵੀ ਸੀ, ਆਬਜ਼ਰਵੇਟਰੀ ਵੀ ਸੀ ਜਿੱਥੇ ਇਹ ਆਪਣਾ ਪ੍ਰਯੋਗ ਵਗੈਰਾ ਕਰਦੇ ਹੋਣਗੇ, ਚੀਜ਼ਾਂ ਦਾ ਨਿਰੀਖਣ ਕਰਦੇ ਸੀ। ਇਸ ਦੀ ਪ੍ਰਸਿੱਧੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਇਸ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਵਾਨਾਂ ਨੂੰ ਆਕਰਸ਼ਿਤ ਕੀਤਾ। ਬਹੁਤ ਦੂਰੋਂ ਕਿੰਨੇ ਹੋਰ ਮੁਲਕਾਂ ਤੋਂ ਵਿਦਵਾਨ ਜਿਹੜੇ ਸੀ, ਸਕਾਲਰ ਸੀ, ਉਹ ਇੱਥੇ ਆਉਂਦੇ ਸੀ। ਇਹ ਉੱਨਤ ਸਿੱਖਿਆ ਅਤੇ ਖੋਜ ਦੀ ਇੱਕ ਸੰਸਥਾ ਸੀ। ਹਾਈ ਲੈਵਲ ਐਡਵਾਂਸਡ ਸਟੱਡੀ ਐਂਡ ਰਿਸਰਚ, ਸਿੱਖਿਆ ਅਤੇ ਰਿਸਰਚ ਖੋਜ ਦੀ ਇੱਕ ਸੰਸਥਾ ਸੀ। ਠੀਕ ਹੈ ਜੀ, ਇਹ ਗੱਲਾਂ ਪੜ੍ਹ ਲੈਣੀਆਂ, ਦੇਖ ਲੈਣੀਆਂ। ਇਸ ਦੇ ਨਾਲ ਸਾਡਾ ਚੈਪਟਰ ਖਤਮ ਹੁੰਦਾ ਜੀ। ਅੱਜ ਲਈ ਇੰਨਾ ਹੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।